ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਬੇਸ਼ੁਮਾਰ ਅਥਾਹ ਅਗਨਤ ਅਤੁਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਗੁਰੂ ਸਵਾਰੇ ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜਿਸ ਡਿਠੈ ਸਭ ਦੁੱਖ ਜਾਏ, ਇਨ੍ਹਾਂ ਅਜਮਤਾਂ ਵਡਿਆਈਆਂ ਦੇ ਮਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਸਤਿਗੁਰੂ ਸਾਰਿਆਂ ਦੀ ਯਾਤਰਾ ਸਫਲ ਕਰਨ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਕੀ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਦਾ। ਲੜੀਵਾਰ ਕਥਾ ਨੂੰ ਵਿਰਾਮ ਦੇ ਕੇ ਜੋ ਅੱਜ ਗੁਰੂ ਕੇ ਵਜ਼ੀਰ ਭਾਈ ਸਰਵਣ ਸਿੰਘ ਹੋਰਾਂ ਨੇ ਮਹੀਨੇ ਦਾ ਸ਼ਬਦ ਆਪ ਜੀ ਨੂੰ ਸਰਵਣ ਕਰਵਾਇਆ ਹੈ, ਇਹ ਮਾਝ ਰਾਗ ਵਿੱਚ ਬਾਣੀ ਹੈ 12 ਮਾਹਾ। ਇਸ ਬਾਣੀ ਦੇ ਵਿੱਚ ਇਹ 11ਵਾਂ ਮਹੀਨਾ ਹੈ ਮਾਘ ਦਾ। ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਨੇ ਇਸ ਮਹੀਨੇ ਦੇ ਪਰਥਾਏ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਆਪਾਂ ਉਸ ਨੂੰ ਦ੍ਰਿੜ ਕਰੀਏ। ਔਰ ਅੱਜ ਪੰਥ ਦਾ ਫੈਸਲਾ ਹੈ, ਕਿਉਂਕਿ ਗੁਰੂ ਗ੍ਰੰਥ ਤੋਂ ਬਾਅਦ ਗੁਰੂ ਪੰਥ ਹੈ। ਜਦੋਂ ਗੁਰੂ ਕਲਗੀਧਰ ਪਿਤਾ ਦੇ ਇਹ ਬਚਨ ਸਾਨੂੰ ਦ੍ਰਿੜ ਕਰਾਏ ਜਾਂਦੇ ਨੇ ਕਿ ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ। ਭਾਵੇਂ ਖਦਰਾਣੇ ਦੀ ਢਾਬ ਦੀ ਜੰਗ ਸ਼੍ਰੀ ਮੁਕਤਸਰ ਸਾਹਿਬ ਜੀ ਦਾ, ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ 14ਵਾਂ ਜੰਗ, ਆਖਰੀ ਜੰਗ ਹੈ। ਇਹ ਜੂਨ ਵਿੱਚ ਹੋਇਆ ਹੈ। ਗਰਮੀ ਦਾ, ਅਤ ਗਰਮੀ ਦਾ ਸਮਾਂ ਸੀ, ਪਰ ਇਹ ਸਾਰਾ ਜੰਗਲ ਦੇਸ਼ ਹੁੰਦਾ ਸੀ। ਅਗਰ ਕੋਈ ਅੱਜ ਸ਼੍ਰੀ ਮੁਕਤਸਰ ਸਾਹਿਬ ਜਾਵੇ, ਉਹ ਨਹੀਂ ਮੰਨੇਗਾ
ਪਰ ਮੇਰੀ ਕੋਈ ਬਹੁਤੀ 200 ਸਾਲ 100 ਸਾਲ ਉਮਰ ਤਾਂ ਨਹੀਂ ਹੈ, ਪਰ ਮੈਂ ਉਹ ਹਾਲਾਤ ਵੇਖੇ ਨੇ। ਕਿ ਇੱਥੇ ਪਾਣੀ ਦੀ ਬਹੁਤ ਘਾਟ ਸੀ, ਜੇ ਹੈਗਾ ਵੀ ਸੀ ਤੇ ਪਾਣੀ ਜ਼ਮੀਨ ਦਾ ਵਧੀਆ ਨਹੀਂ ਸੀ। ਕਈ 100 ਫੁੱਟ ਦੂਰ ਥੱਲੇ ਜਾ ਕੇ ਪਾਣੀ ਮਿਲਦਾ ਸੀ, ਔਰ ਸਾਰੀ ਖੇਤੀ ਜਾਂ ਜੀਵਨ ਬਰਸਾਤੀ ਪਾਣੀ ਤੇ ਜਾਂ ਨਹਿਰਾਂ ਦੇ ਦਰਿਆਵਾਂ ਦੇ ਪਾਣੀਆਂ ਤੇ ਨਿਰਭਰ ਸੀ। ਅਸਲ ਵਿੱਚ ਜਿਹੜਾ ਸ਼੍ਰੀ ਮੁਕਤਸਰ ਸਾਹਿਬ ਦਾ ਪਹਿਲਾ ਨਾਮ ਹੈ ਉਹ ਹੈ ਢਾਬ। ਜਿਵੇਂ ਸ਼ਬਦ ਆਉਂਦਾ ਹੈ ਢਾਲ, ਢਲ ਕੇ ਆਇਆ ਪਾਣੀ ਜਿੱਥੇ ਰੁਕ ਗਿਆ ਉਹਨੂੰ ਢਾਬ ਕਹਿ ਦਿੱਤਾ। ਛਪੜੀ ਹੋਰ ਹੁੰਦੀ ਹੈ, ਜਾਂ ਤੁਸੀਂ ਇਹਨੂੰ ਸਾਮਰਥੀ ਵੀ ਕਹਿ ਸਕਦੇ ਹੋ ਵੀ ਕਿਸੇ ਇਲਾਕੇ ਵਿੱਚ ਛੱਪੜ ਕਹਿ ਦਿੱਤਾ, ਕਿਤੇ ਢਾਬ ਕਹਿ ਦਿੱਤਾ। ਉਹ ਨੀਵੀਂ ਥਾਂ ਜਿੱਥੇ ਪਾਣੀ ਬਰਸਾਤਾਂ ਦੇ ਵਿੱਚ ਭਰਦਾ ਹੈ। ਖਦਰਾਣਾ ਇੱਕ ਪਿੰਡ ਹੈ। ਇਸ ਢਾਬ ਦੇ ਹੀ ਕੰਢੇ ਤੇ ਜੰਗ ਹੋਈ ਸੀ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜਦੋਂ ਮਾਲਵੇ ਵੱਲ ਗਏ ਨੇ ਤਾਂ ਵਜ਼ੀਰ ਖਾਂ ਦੀਆਂ ਫੌਜਾਂ ਨੇ ਹਮਲਾ ਕੀਤਾ ਸੀ, ਔਰ ਇੱਥੇ ਹੀ ਪਰਿਵਾਰ ਵਿਛੋੜੇ ਦੇ ਵਕਤ ਜਾਂ ਜਿਹੜੇ ਉਸ ਤੋਂ ਪਹਿਲਾਂ ਸਿੱਖ ਵਿਛੜੇ ਸਨ, ਜਿਨ੍ਹਾਂ ਵਿੱਚ ਖਾਸ ਕਰਕੇ ਸਰਦਾਰ ਮਹਾਂ ਸਿੰਘ ਦਾ, ਮਾਤਾ ਭਾਗ ਕੌਰ ਦਾ ਜ਼ਿਕਰ ਆਉਂਦਾ ਹੈ, ਮਾਝੇ ਦੇ ਸਿੰਘਾਂ ਦਾ, ਉਹ ਆ ਕੇ ਗੁਰੂ ਜੀ ਨੂੰ ਇੱਥੇ ਮਿਲੇ ਸਨ। ਜਾਂ ਇਉਂ ਕਹਿ ਲਈਏ ਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਮਾਲਵੇ ਵਿੱਚ ਨੇ, ਤਾਂ ਉਹ ਫਿਰ ਆਪਣੀ ਟੁੱਟੀ ਗੰਢਣ ਵਾਸਤੇ ਗੁਰੂ ਜੀ ਕੋਲ ਆਏ ਸਨ। ਢਾਬ ਦੇ ਇੱਕ ਪਾਸੇ ਸਤਿਗੁਰੂ ਸਨ, ਦੂਜੇ ਪਾਸੇ ਮੁਗਲਿਆ ਫੌਜ ਸੀ। ਤੇ ਜਦੋਂ ਅਚਾਨਕ ਮਾਝੇ ਦੇ ਸਿੰਘਾਂ ਨੇ ਆ ਕੇ ਪਿੱਛੋਂ ਹਮਲਾ ਕੀਤਾ ਤੇ ਉਹ ਤਿੰਨ ਚੀਜ਼ਾਂ ਕਰਕੇ ਭੱਜ ਗਏ। ਪਹਿਲੀ ਸੀ ਕਿ ਉਹ ਠੰਡ ਵਿੱਚ ਰਹਿਣ ਵਾਲੇ ਲੋਕ ਸਨ। ਉਹ ਕਾਬਲ ਤੋਂ, ਕੰਧਾਰ ਤੋਂ, ਅਫਗਾਨਿਸਤਾਨ ਤੋਂ ਇਧਰੋਂ ਆਏ ਹੋਏ ਲੋਕ ਸਨ। ਇਸੇ ਕਰਕੇ ਉਹਨਾਂ ਨੂੰ ਸਰਹੰਦ ਰੁਕਣ ਵਾਸਤੇ ਵੀ ਠੰਡਾ ਬੁਰਜ ਚਾਹੀਦਾ ਸੀ। ਉਹ ਗਰਮੀ ਨਹੀਂ ਸੀ ਬਰਦਾਸ਼ਤ ਕਰਦੇ। ਜਿਹੜਾ ਸਿੱਖਾਂ ਦਾ 12 ਵਜੇ ਦਾ ਇਤਿਹਾਸ ਹੈ, ਇਹ ਵੀ ਬੜੀ ਸੂਰਬੀਰਤਾ ਦਾ ਇਤਿਹਾਸ ਹੈ। 12 ਵਜੇ ਸਿੱਖ ਹਮਲਾ ਕਰਦੇ ਸੀ, ਸਿਖਰ ਦੁਪਹਿਰੇ, ਅੱਧੀ ਰਾਤ ਨਹੀਂ, ਦੁਪਹਿਰੇ। ਔਰ ਹਿੰਦੁਸਤਾਨ ਦੀਆਂ ਉਹਨਾਂ ਆਪਣੀਆਂ ਧੀਆਂ ਭੈਣਾਂ ਬੱਚੀਆਂ ਨੂੰ ਛਡਾ ਲੈਂਦੇ ਸੀ ਜਿਨ੍ਹਾਂ ਨੂੰ ਮੁਗਲ ਬੰਦੀ ਬਣਾ ਕੇ, ਗੁਲਾਮ ਬਣਾ ਕੇ ਆਪਣੇ ਦੇਸ਼ ਲੈ ਕੇ ਜਾ ਰਹੇ ਹੁੰਦੇ ਸਨ। ਇਹ ਮੂਰਖਤਾ ਹੈ ਹਿੰਦੁਸਤਾਨ ਦੇ ਉਹਨਾਂ ਲੋਕਾਂ ਦੀ ਜਿਹੜੇ ਸਾਨੂੰ ਸਿੱਖਾਂ ਨੂੰ ਮਜ਼ਾਕ ਦੇ ਵਿੱਚ ਕਹਿੰਦੇ ਨੇ ਕਿ ਸਿੱਖਾਂ ਦੇ 12 ਵੱਜਣ ਵਾਲੇ ਨੇ। ਭਾਈ ਤੁਹਾਡਾ ਕਸੂਰ ਨਹੀਂ ਹੈ, ਤੁਹਾਡੀ ਅਣਖ, ਗੈਰਤ, ਸਵੈਮਾਨ ਮਰ ਚੁੱਕਿਆ ਸੀ। ਤੁਸੀਂ ਵਰਨ ਵੰਡ ਦੇ ਵਿੱਚ ਵੰਡੇ ਜਾ ਚੁੱਕੇ ਸੀ। ਤੁਸੀਂ ਗੁਲਾਮੀ ਨੂੰ, ਜਲਾਲਤ ਨੂੰ ਆਪਣੀ ਜ਼ਿੰਦਗੀ ਮੰਨ ਲਿਆ ਸੀ, ਸਿੱਖਾਂ ਨੇ ਨਹੀਂ ਸੀ ਮੰਨਿਆ। ਹਾਲਾਤ ਇਹ ਬਣ ਗਏ ਸੀ ਵੀ ਜੇ ਇਥੋਂ ਦੀਆਂ ਧੀਆਂ ਭੈਣਾਂ ਬੱਚੀਆਂ
ਹਮਲਾਵਰ ਚੁੱਕ ਲੈਂਦੇ ਸੀ ਤੇ ਇਹ ਉਸ ਖਾਤਰ ਲੜਨ ਮਰਨ ਦੀ ਥਾਂ ਤੇ ਬੱਚੀਆਂ ਨੂੰ ਉਹਨਾਂ ਦੇ ਭਾਗਾਂ ਤੇ ਛੱਡ ਦਿੰਦੇ ਸੀ ਤੇ ਜੇ ਸਿੱਖ ਛਡਾ ਕੇ ਲਿਆਉਂਦੇ ਸੀ ਤੇ ਫਿਰ ਇਹ ਛੂਆਛਾਤ ਕਰਦੇ ਸੀ। ਉਹਨਾਂ ਧੀਆਂ ਭੈਣਾਂ ਬੱਚੀਆਂ ਨੂੰ ਇਹ ਅਸੈਪਟ ਵੀ ਨਹੀਂ, ਪ੍ਰਵਾਨ ਵੀ ਨਹੀਂ ਕਰਦੇ ਸੀ। ਮਤਲਬ ਆਪਣੀ ਮੰਜੀ ਥੱਲੇ ਸੋਟੀ ਮਾਰਨ ਦੀ ਥਾਂ ਤੇ, ਆਪਣੀ ਪੀੜ੍ਹੀ ਦੇ ਥੱਲੇ ਸੋਟੀ ਮਾਰਨ ਦੀ ਥਾਂ ਤੇ ਸਾਡੀ ਮੰਜੀ ਦੇ ਉੱਤੇ ਸੋਟੀਆਂ ਮਾਰੀ ਜਾਂਦੇ ਨੇ। ਜਿਵੇਂ ਇੱਕ ਕੋਸ਼ਿਸ਼ ਹੋਈ ਹੈ, ਬੜੀ ਅੱਛੀ ਕੋਸ਼ਿਸ਼ ਹੈ ਕਿ ਗੁਰੂ ਕਲਗੀਧਰ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੇ ਨਾਮ ਤੋਂ ਇਹ ਬਾਲ ਦਿਵਸ ਰੱਖਣ ਦੀ ਜਿਹੜੀ ਗੱਲ ਕੀਤੀ ਗਈ ਹੈ, ਵੇਖੋ ਮੇਰੀ ਇੱਕ ਆਪਣੀ ਇੱਕ ਮਾਨਤਾ ਹੈ। ਮਹੱਲਾ ਵਸ ਗਿਆ, ਰਿਹਾ ਕਲੋਨੀ ਦਾ ਨਾਂ ਚੇਂਜ ਕਰਨਾ ਇਹ ਕਦੇ ਵੀ ਹੋ ਜਾਏਗਾ। ਇੱਕ ਕਲੋਨੀ ਦਾ ਨਾਮ ਮਾਡਲ ਟਾਊਨ ਹੈ, ਉਹਦਾ ਅਰਬਨ ਸਟੇਟ ਕੀਤਾ ਜਾ ਸਕਦਾ ਹੈ। ਤੇ ਜੇ ਥੱਲੇ ਕਲੋਨੀ ਨਾ ਹੋਵੇ ਤੇ ਉਹਦਾ ਨਾਂ ਕੀ ਚੇਂਜ ਕਰੋਗੇ ਤੁਸੀਂ? ਸਾਨੂੰ ਨਾਮ ਦੇ ਝਗੜੇ ਵਿੱਚ ਵੱਡੀ ਗੱਲ ਦਾ ਵਿਰੋਧ ਨਹੀਂ ਕਰਨਾ ਚਾਹੀਦਾ। ਬਹੁਤ ਵੱਡੀ ਗੱਲ ਹੋਈ ਹੈ, ਹੋਣੀ ਚਾਹੀਦੀ ਸੀ। ਦੇਰ ਆਇਦ ਦਰੁਸਤ ਆਇਦ। ਰਹੀ ਗੱਲ ਨਾਮ ਦੀ, ਸਾਨੂੰ ਇਹਦੇ ਲਈ ਅਗਰ ਸਾਨੂੰ ਲੱਗਦਾ ਹੈ ਕਿ ਸਾਡੀਆਂ ਭਾਵਨਾਵਾਂ ਦੀ ਇਹ ਨਾਮ ਤਰਜਮਾਨੀ ਨਹੀਂ ਕਰਦਾ ਤੇ ਉਹਦੇ ਲਈ ਬੈਠ ਕੇ ਗੱਲ ਕੀਤੀ ਜਾ ਸਕਦੀ ਹੈ। ਕਿਉਂ ਨਹੀਂ ਕੀਤੀ ਜਾ ਸਕਦੀ? ਗੱਲ ਸਮਝਣ ਸਮਝਾਉਣ ਦਾ ਸਾਡੇ ਵਿੱਚ ਦਮ ਹੋਣਾ ਚਾਹੀਦਾ ਹੈ। ਦੇਖੋ ਸਾਨੂੰ ਟੇਬਲ ਟਾਕ ਤੋਂ ਕਦੇ ਨਹੀਂ ਭੱਜਣਾ ਚਾਹੀਦਾ, ਡਿਸਕਸ਼ਨ ਤੋਂ ਕਦੇ ਨਹੀਂ ਭੱਜਣਾ ਚਾਹੀਦਾ, ਸਾਨੂੰ ਕਦੇ ਵੀ ਡਾਇਲੌਗ ਬੰਦ ਨਹੀਂ ਕਰਨਾ ਚਾਹੀਦਾ। ਚੰਗੇ ਨੂੰ ਚੰਗਾ ਕਹਿਣਾ ਚਾਹੀਦਾ। ਜੇ ਉਹਦੇ ਵਿੱਚ ਅਸੀਂ ਕੁਝ ਚਾਹੁੰਦੇ ਆ ਤਾਂ ਸਾਨੂੰ ਕਲੋਨੀ ਵਸ ਲੈਣ ਦੇਣੀ ਚਾਹੀਦੀ ਹੈ। ਇੱਕ ਗੱਲ ਤੇ ਆ ਗਈ ਨਾ ਕਿ ਹਿੰਦੁਸਤਾਨ ਦੇ ਜਿਹੜੇ ਬਾਲਕ ਨੇ, ਉਹਨਾਂ ਬਾਲਕਾਂ ਦੇ ਜਿਹੜੇ ਸਿਰਮੌਰ ਨੇ ਉਹ ਗੁਰੂ ਕਲਗੀਧਰ ਪਾਤਸ਼ਾਹ ਦੇ ਲਾਲ ਨੇ। ਇਹ ਗੱਲ ਤੇ ਮੰਨ ਲਈ ਗਈ ਨਾ ਕਿ ਅਗਰ ਹਿੰਦੁਸਤਾਨ ਦੇ ਬੱਚਿਆਂ ਦੀ ਗੱਲ ਕਰੀਏ ਤੇ ਉਹਨਾਂ ਦੇ ਵਿੱਚੋਂ ਗੁਰੂ ਕਲਗੀਧਰ ਪਾਤਸ਼ਾਹ ਦੇ ਬੱਚੇ ਸਭ ਤੋਂ ਵੱਡੇ ਨੇ। ਸਾਨੂੰ ਇਸ ਗੱਲ ਨੂੰ ਚੰਗੇ ਨੂੰ ਚੰਗਾ ਕਹਿਣਾ ਚਾਹੀਦਾ। ਜਿਵੇਂ ਇਹ ਗੱਲ ਸਾਹਮਣੇ ਆਈ ਹੈ, ਨਹੀਂ ਸੀ ਪਤਾ ਲੋਕਾਂ ਨੂੰ, ਕਿੰਨੀ ਕੁ ਦੁਨੀਆ ਨੂੰ ਪਤਾ ਸੀ ਕਿ ਗੁਰੂ ਕਲਗੀਧਰ ਪਾਤਸ਼ਾਹ ਦੇ ਲਾਲ ਨੀਹਾਂ ਵਿੱਚ ਚਿਣੇ ਗਏ ਸੀ ਹਿੰਦੁਸਤਾਨ ਦੀ ਇਸ ਰੂਹ ਨੂੰ ਬਚਾਉਂਦਿਆਂ ਹੋਇਆਂ। ਨਹੀਂ ਤਾਂ ਇਹ ਹਕੀਕਤ ਹੈ। ਨਾ ਕਹੂੰ ਜਬ ਕੀ ਨਾ ਕਹੂੰ ਤਬ ਕੀ, ਬਾਤ कहूं मैं अब की, अगर ना होते गुरु गोबिंद सिंह सुनत होती सब की। ना खालसा जी तुसी फतेह बुलाउणी सी ते ना किसी मेरे हिंदू वीर ने राम राम करनी सी। सब आपां अल्लाहू अकबर ही कहण वाले होना है सन। असी गुरु कलगीधर पातशाह दा देण नहीं दे सकते। बहुत चंगी गल होई। रही गल जेड़ी थोड़ी, उसनूं कीता जा सकता है, हो सकती है। समझण समझाउण दे विच सानू बहुत वड्डी अपने अंदर एक विल पावर रखनी चाहिए है। और जो तुसी चाहोगे हो जाएगा। ये याद रखना। ये गल्लां पुराने इतिहासकारां ने लिखियां है कि अखीर नूं की होएगा, जो करेगा खालसा पंथ मियां। ये याद रखना। होना वही है जो तुसी चाहोगे।
ਇਹ ਤੁਹਾਡੀ ਖੁਸ਼ੀ ਲਈ ਕੀਤਾ ਗਿਆ ਹੈ, ਤੁਹਾਡੀ ਮਾਨਤਾ ਲਈ ਕੀਤਾ ਗਿਆ ਹੈ, ਤੁਹਾਡੀ ਇਸ ਕੁਰਬਾਨੀ ਨੂੰ ਕੀਤਾ ਗਿਆ ਹੈ। ਹੋਰ ਇਹਦਾ ਤੀਸਰਾ ਚੌਥਾ ਕਾਰਨ ਕੋਈ ਹੈ ਨਹੀਂ ਹੈ। ਬਿਲਕੁਲ ਇਸੇ ਤਰ੍ਹਾਂ ਇਹ ਵੀ ਪੜਾਉਣਾ ਚਾਹੀਦਾ ਹੈ ਵੀ 12 ਕਿਵੇਂ ਵੱਜਦੇ ਨੇ ਤੇ 12 ਵਜੇ ਸਿੱਖਾਂ ਦੀ ਸੂਰਬੀਰਤਾ ਕਿਵੇਂ ਜਾਗਦੀ ਹੈ। ਹਾਂ, ਇੱਕ ਗੱਲ ਦੇ ਮੈਂ ਹਮੇਸ਼ਾ ਵਿਰੋਧ ਵਿੱਚ ਹਾਂ ਕਿ ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਜਿਹੜੇ ਸਿੱਖ ਨੇ ਉਹ ਕਿਸੇ ਇੱਕ ਧਰਮ ਦੀਆਂ ਜਾਂ ਇੱਕ ਕੌਮ ਦੀਆਂ ਉਹ ਧੀਆਂ ਭੈਣਾਂ ਛਡਾ ਕੇ ਲਿਆਉਂਦੇ ਸੀ। ਨਹੀਂ, ਅਗਰ ਸਿੱਖ ਇਹ ਸਮਝਦੇ ਵੀ ਇਹ ਇਹਨਾਂ ਦੀਆਂ ਧੀਆਂ ਭੈਣਾਂ ਨੇ ਤਾਂ ਫਿਰ ਛਡਾਉਣ ਦੀ ਲੋੜ ਵੀ ਨਹੀਂ ਸੀ ਤੇ ਨਾ ਛਡਾਉਣੀਆਂ ਸੀ ਕਿਸੇ ਨੇ। ਇਹ ਸਿੱਖ ਨੂੰ ਪਾਠ ਪੜਾਇਆ ਹੀ ਨਹੀਂ ਗਿਆ। ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਨੇ ਜਦੋਂ ਧਰਮ ਦੀ ਰੱਖਿਆ ਕੀਤੀ ਹੈ, ਸਾਨੂੰ ਉਸ ਵੱਡੀ ਕੁਰਬਾਨੀ ਨੂੰ ਸਮਝਣ ਦੀ ਲੋੜ ਹੈ। ਅਗਰ ਤੁਸੀਂ ਦੁਨੀਆ ਵਿੱਚ ਇਹ ਕਹੋਗੇ ਨਾ ਕਿ ਮਨੁੱਖੀ ਹੱਕਾਂ ਦਾ ਸਭ ਤੋਂ ਵੱਡਾ ਲੰਬਰਦਾਰ ਕੌਣ ਹੈ, ਮਨੁੱਖੀ ਅਧਿਕਾਰਾਂ ਦੇ ਲਈ ਗੱਲਾਂ ਕਰਨ ਵਾਲੇ ਮਿਲਣਗੇ ਤੁਹਾਨੂੰ, ਪਰ ਸੀਸ ਕਟਾਉਣ ਵਾਲਾ ਕੇਵਲ ਤੇ ਕੇਵਲ ਗੁਰੂ ਤੇਗ ਬਹਾਦਰ ਹੈ, ਜਿਨ੍ਹਾਂ ਨੇ ਕਿਹਾ ਨਹੀਂ, ਹਰ ਮਨੁੱਖ ਨੂੰ ਹੱਕ ਹੈ ਆਪਣੀ ਮਰਜ਼ੀ ਦੇ ਨਾਲ ਉਹ ਰਾਮ ਰਾਮ ਕਵੇ, ਉਹ ਹਰੀ ਹਰੀ ਕਵੇ, ਉਹ ਗੋਬਿੰਦ ਗੋਬਿੰਦ ਕਵੇ, ਉਹ ਲਾਲ ਲਾਲ ਕਵੇ। ਔਰੰਗਜ਼ੇਬ ਤੈਨੂੰ ਕੀ ਹੱਕ ਹੈ ਕਿ ਤੂੰ ਕਵੇਂ ਵੀ ਜਿਹੜਾ ਨਾਮ ਮੈਂ ਕਵਾਂਗਾ ਰੱਬ ਦਾ ਤੁਹਾਨੂੰ ਉਹ ਜਪਣਾ ਪਏਗਾ। ਸਾਨੂੰ ਦੁਨੀਆ ਨੂੰ ਦੱਸਣ ਦੀ ਲੋੜ ਹੈ ਕਿ ਸੰਸਾਰ ਦੇ ਲੋਕੋ, ਹਿੰਦੁਸਤਾਨ ਦੀ ਸੰਸਕ੍ਰਿਤੀ ਦੇ ਅਗਰ ਅਸਲ ਅਧਿਕਾਰੀ ਤੇ ਵਾਰਸ ਨੇ ਉਹ ਸਿੱਖ ਨੇ। ਕੇਸ ਵੀ ਇਹਨਾਂ ਦੇ ਕੋਲ ਨੇ। ਹਿੰਦੁਸਤਾਨ ਦੀ ਸੰਸਕ੍ਰਿਤੀ ਵਿੱਚ ਕੋਈ ਕੇਸ ਨਹੀਂ ਸੀ ਕੱਟਦਾ ਹੁੰਦਾ, ਔਰ ਇਸ ਮੁਲਕ ਦੀ ਅਸਮਤ ਨੂੰ ਬਚਾਉਣ ਵਾਸਤੇ ਸਭ ਤੋਂ ਵੱਧ ਸ਼ਹਾਦਤਾਂ ਇਥੋਂ ਤੱਕ ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣ ਤੱਕ ਵੀ ਸਿੱਖਾਂ ਦੀਆਂ ਨੇ। ਔਰ ਅੱਜ ਵੀ ਤੁਸੀਂ ਵੇਖੋ, ਸਾਨੂੰ ਤੇ ਕਿੰਨੇ 2 ਸਾਲ ਮਿਹਣੇ ਸੁਣਨੇ ਪਏ ਨੇ। ਉਹ ਤੁਸੀਂ ਉਹਨਾਂ ਨੂੰ ਲੰਗਰ ਛਕਾਉਨੇ ਹੋ ਜਿਨ੍ਹਾਂ ਨੇ ਤੁਹਾਡੇ ਨਾਲ 84 ਕੀਤੀ ਹੈ। ਇਹ 84 ਕਰਨਾ ਉਹਨਾਂ ਦਾ ਕਰਮ ਹੈ, ਸਾਡਾ ਕਰਮ ਇਹ ਨਹੀਂ ਹੈ। ਸਾਡਾ ਕਰਮ ਹੈ ਹੀ ਇਹ ਹੈ, ਕਿਉਂਕਿ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਜਦੋਂ ਦੁਨੀਆ ਵਿੱਚ ਕਿਤੇ ਐਮਰਜੈਂਸੀ ਆਉਂਦੀ ਹੈ, ਉਸ ਮੁਲਕ ਦੀ ਆਰਮੀ ਕਾਲ ਕੀਤੀ ਜਾਂਦੀ ਹੈ। ਖਾਲਸਾ ਤੇ ਰੱਬ ਦੀ ਆਰਮੀ ਹੈ। ਇਹਨੂੰ ਕਿਸੇ ਦੀ ਕਾਲ ਦੀ ਲੋੜ ਨਹੀਂ ਹੈ, ਇਹਨੂੰ ਕਿਸੇ ਦੇ ਆਰਡਰ ਦੀ ਲੋੜ ਨਹੀਂ ਹੈ, ਇਹਨੂੰ ਕਿਸੇ ਦੇ ਆਦੇਸ਼ ਸੰਦੇਸ਼ ਦੀ ਲੋੜ ਨਹੀਂ ਹੈ। ਇਹਨੂੰ ਪਤਾ ਲੱਗ ਜਾਏ ਸਹੀ ਕਿ ਕਿਤੇ ਭੁਚਾਲ ਆਇਆ ਹੈ, ਕਿਤੇ ਫਲੱਡ ਆਇਆ ਹੈ, ਕਿਤੇ ਸੋਕਾ ਪਿਆ ਹੈ, ਕਿਤੇ ਜੰਗ ਲੱਗੀ ਹੈ। ਰੈੱਡ ਕਰਾਸ ਵਾਲੇ ਮਗਰੋਂ ਪਹੁੰਚਦੇ ਨੇ, ਸਿੱਖ ਪਹਿਲਾਂ ਪਹੁੰਚਦੇ ਨੇ। ਤੁਸੀਂ ਕੀ ਸੋਚਦੇ ਵੀ ਇਹਨੂੰ ਕੋਈ ਮੁਲਕ ਭੇਜਦਾ ਹੈ? ਨਹੀਂ, ਸਿੱਖਾਂ ਦੇ ਲਈ ਪ੍ਰਮਾਤਮਾ ਨੇ ਸਾਰੀ ਧਰਤੀ ਬਣਾਈ ਹੈ। ਇਹੀ ਕਾਰਨ ਹੈ, ਤੁਹਾਨੂੰ ਗੌਰਵ ਹੋਣਾ ਚਾਹੀਦਾ ਹੈ ਕਿ ਜੇ ਤੁਸੀਂ ਅਕਾਲ ਪੁਰਖ ਦੀ ਫੌਜ ਹੋ, ਗੁਰੂ ਕਲਗੀਧਰ ਪਿਤਾ ਨੇ ਤੁਹਾਨੂੰ ਇਹ ਹੱਕ ਹਕੂਕ, ਇਹ ਪੱਧਤੀ ਦਿੱਤੀ ਹੈ, ਤੇ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਖਾਲਸੇ ਦਾ ਨਿਸ਼ਾਨ ਵੀ ਹਰ ਥਾਂ ਤੇ ਝੂਲਦਾ ਹੈ। ਕਦੇ ਕਿਸੇ ਮੁਲਕ ਨੇ ਇਤਰਾਜ਼ ਕੀਤਾ? ਮੈਂ ਤਾਂ ਨਹੀਂ ਵੇਖਿਆ ਕਿਸੇ ਮੁਲਕ ਨੇ ਆਖਿਆ ਵੀ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਨਹੀਂ ਲਾ ਸਕਦੇ। ਇਹ ਤੁਹਾਡੀ ਆਜ਼ਾਦ ਪ੍ਰਭੂ ਸੱਤਾ ਹੈ, ਔਰ ਤੁਹਾਡੀ ਕਰਨੀ ਕਰਕੇ ਹਰ ਚੀਜ਼, ਹਰ ਵਿਅਕਤੀ ਇਸ ਨੂੰ ਅਸੈਪਟ ਕਰਦਾ ਹੈ, ਇਸ ਨੂੰ ਪ੍ਰਵਾਨ ਕੀਤਾ ਜਾਂਦਾ ਹੈ। ਨਹੀਂ ਤਾਂ ਕਿਸੇ ਮੁਲਕ ਦੇ ਵਿੱਚ ਦੂਜੇ ਮੁਲਕ ਦਾ ਝੰਡਾ ਨਹੀਂ ਚੜ੍ਹ ਸਕਦਾ। ਪਰ ਇਹ ਕਿਸੇ ਮੁਲਕ ਦਾ ਝੰਡਾ ਨਹੀਂ ਹੈ, ਇਹ ਅਕਾਲ ਪੁਰਖ ਦਾ ਝੰਡਾ ਹੈ। ਜਿੱਦਾਂ ਲਾਲ ਕਿਲੇ ਦੇ ਉੱਤੇ ਵੀ ਵੀਰਾਂ ਨੇ ਜਾ ਕੇ ਨਿਸ਼ਾਨ ਸਾਹਿਬ ਝੁਲਾਇਆ ਸੀ, ਤੇ ਉੱਥੇ ਇਹੀ ਗੱਲ ਕਹੀ ਗਈ ਕਿ ਨਹੀਂ, ਇਹਨੂੰ ਕਿਸੇ ਇੱਕ ਰਾਜ ਦਾ ਝੰਡਾ ਨਾ ਕਹੋ,
ये ਉਹੀ केसरी परचम है जिन्हें कदे लाल किले ते झूल के इथों दियां गुलामी दियां जंजीरां कटियां सी। जिहड़ा अज तिरंगा है ना, इस तिरंगे का रस्ता उस केसरी चों ही निकलदा है। ना बाबा बघेल सिंह होरी आके लाल किला फतेह कर दे ते ना जित्तां दा दौर शुरू हुंदा। हिंदुस्तान की आज़ादी का मुढ़ बाबा बघेल सिंह होरां ने बद्धा है। महाराजा रणजीत सिंह ने उसनूं फिर पक्के पैरी लैके आंदा है और एक राज दे के संसार नूं दस्सिया है। 40 साल महाराजे ने किसी नूं फांसी नहीं दी। एक एक परत महाराजे रणजीत सिंह दे राज दी पढ़न वाली है, खोलण वाली है। हर पत्रा फरोलण वाला है, हर पत्रा परत के वेखण वाला है। क्योंकि सियाणे ये कहते हैं भी किसी बंदे नूं वेखना होवे तो उन्होंने पावर च वेखो, गुरबत च ना वेखो। गुरबत विच हर आदमी हाथ जोड़दा है। तुसीं अपने रिश्तेदारां नूं वेख लो, भैणां भरावां नूं वेख लो, घर दे नौकरां चाकरां नूं वेख लो, अपने आले दुआले आंढियां गवांढियां नूं वेख लो। जदों उन्हां कोल कुछ नहीं सी हुंदा ते ओह किद्दां बोलदे वरतदे सी लोकां नाल। ते जदों 4 पैसे आ गए, पदवी आ गई, कुछ होर आ गया ते तुसीं वेखिआ दुनिया रंग किद्दां बदलदी, जिद्दां ते गिरगट भी नहीं बदलदी। पर महाराजे ने जदों उन्होंने ताकत मिली, उन्हें खालसा राज स्थापित किया। उन्हें किते नहीं कहा महाराजा रणजीत सिंह का राज है, उन्हें कहा नहीं ये खालसा राज है। और वो सारियां मर्यादा परंपरावां उन्होंने अपने राज में स्थापित करने की हिम्मत की, लागू कीतियां। इहदे च कोई अतकथनी नहीं है। अज भी किसी पाकिस्तान के किसी मुसलमान नूं पुछ के वेखियो जी, वो कहंदे ऐसा राज ते कोई सानू मुसलमान राजा भी ना दे सकिया जिहो जिहा सिख हो के महाराजा रणजीत सिंह ने दिता है। तो अज ये दिहाड़ा जिहड़ा है, मैं बेनती कर रहा सी कि एक कारण सी मुगलों का कि वो ठंडे देश के लोग सन, पर जून दे विच गर्मी सी। दूजी गल उत्थे पानी नहीं सीगा। जिहड़ी ढाब सी उस पूरे मालवे दे विच ਉਹਦੇ ਤੇ कब्जा गुरु कलगीधर पातशाह ਦਾ ਸੀ। ਉਹ ਕਿੰਨਾ ਕੁ ਪਾਣੀ ਇੱਥੋਂ ਲੈ ਕੇ ਗਏ ਹੋਣਗੇ ਆਪਣੇ ਨਾਲ। ਹਾਥੀ ਘੋੜੇ ਜੋ ਵੀ ਜਾਨਵਰ ਵੀ ਹੋਣਗੇ, ਪਸ਼ੂ ਮਵਾਸੀ ਵੀ ਹੋਣਗੇ। ਕਿਹੜੀ ਚੀਜ਼ ਹੈ ਜਿਹੜੀ ਪਾਣੀ ਤੋਂ ਬਿਨਾ ਖਾਣਾ ਵੀ ਨਹੀਂ ਪੱਕਦਾ? ਕਿਹੜਾ ਵਿਅਕਤੀ ਹੈ, ਜੀਵ ਜੰਤੂ ਜਿਹੜਾ ਪਾਣੀ ਤੋਂ ਬਿਨਾ ਜਿਉਂਦਾ ਰਹਿ ਸਕਦਾ ਹੈ? ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ। ਤੇ ਉੱਤੋਂ ਜਦੋਂ ਮਗਰੋਂ ਆ ਕੇ ਹਮਲਾ ਹੋ ਗਿਆ, ਉਹ ਵੈਸੇ ਡਰ ਗਏ ਵੀ ਇਸ ਤੇ ਸੋਚਿਆ ਸੀ ਕਿ ਇਸ ਗੁਰੂ ਦੇ ਕੋਲ ਕੋਈ ਮੁੱਠੀ ਭਰ ਸਿੱਖ ਹੋਣਗੇ, ਸਿੰਘ ਹੋਣਗੇ, ਇਹ ਫੌਜਾਂ ਕਿੱਧਰੋਂ ਆ ਗਈਆਂ? ਉੱਥੇ ਭਾਈ ਮਹਾ ਸਿੰਘ ਹੋਰਾਂ ਨੇ ਜਿਹੜੀ ਬਹਾਦਰੀ ਕੀਤੀ ਹੈ, ਜਿਹੜਾ ਕੀਰਤੀਮਾਨ ਸਥਾਪਿਤ ਕੀਤਾ ਹੈ। ਜੰਗ ਜਿੱਤਣ ਤੋਂ ਬਾਅਦ ਗੁਰੂ ਕਲਗੀਧਰ ਪਾਤਸ਼ਾਹ ਨੇ ਉਹਨਾਂ ਸਿੱਖਾਂ ਨੂੰ ਇਹ ਸਨਮਾਨ, ਇਹ ਤਮਗੇ ਬਖਸ਼ੇ ਸਨ। आख्या सी मेरा 5000 सिख है, ये मेरा 20,000 सिख है, ये मेरा काबल का राजा है, ये मेरा लाहौर का राजा है। ये खिताब बख्शे सन। ये जंग गर्मी विच होई सी, इलाके की मजबूरी सी। पंथ ने फैसला कर लिया कि नहीं, जदों माघ महीने की संगरांद होएगी, मुक्तसर साहब के शहीदों का असीं जोड़ मेला करिया करांगे। सो जिथे फतेहगढ़ साहब का जोड़ मेला है, जिथे विसाखी का दमदमा साहब का जोड़ मेला है, जिथे होला महला आनंदपुर साहब का जोड़ मेला है, जिथे दाल रोटी घर की दिवाली अमृतसर की, ये जोड़ मेला श्री हरमंदर साहब का है। उत्थे माघी का जोड़ मेला श्री मुक्तसर साहब का है। अज उत्थे लखां लखां सिखां ने जाके सरोवर विच इशनान भी करना है और उन्हां शहीदां नूं जाके नमस्कार भी करनी है जिन्हां ने सच्चे पातशाह तो आपा कुर्बान कीता सी, जिन्हां ने जाके अपनी टुटी गंढी सी।
ਉੱਥੇ ਅੱਜ ਮਾਘ ਦੀ ਸੰਗਰਾਂਦ ਹੈ। ਹੁਣ ਜੇ ਇਹਨੂੰ ਅਸੀਂ ਦੂਜੇ ਸ਼ਬਦਾਂ ਵਿੱਚ ਸੁਣੀਏ, ਜਿਹੜੀ ਬਹੁ ਗਿਣਤੀ ਹੈ ਸਾਡੇ ਹਿੰਦੂ ਵੀਰ ਨੇ, ਉਹ ਇਹਨੂੰ ਮਕਰ ਸੰਕ੍ਰਾਂਤੀ ਕਹਿੰਦੇ ਨੇ। ਕੱਤਕ ਦੀ ਪੂਰਨਿਮਾ ਤੇ ਮਕਰ ਸੰਕ੍ਰਾਂਤੀ ਇਹ ਬੜੇ ਵੱਡੇ ਸਨਾਤਨ ਮਤ ਵਿੱਚ ਪੁਰਬ ਨੇ। ਕੱਤਕ ਦੀ ਪੂਰਨਿਮਾ ਤੇ ਵੀ ਬਹੁਤ ਧਰਮ ਕਰਮ ਕੀਤੇ ਜਾਂਦੇ ਨੇ, ਤੇ ਮਕਰ ਸੰਕ੍ਰਾਂਤੀ ਤੇ ਵੀ ਬੜੇ ਧਰਮ ਕਰਮ ਕੀਤੇ ਜਾਂਦੇ ਨੇ। ਖਾਸ ਕਰਕੇ ਇਲਾਹਾਬਾਦ, ਪ੍ਰਯਾਗਰਾਜ, ਜਿਹਨੂੰ ਸੰਗਮ ਆਖਿਆ, ਜਿਹਨੂੰ ਤ੍ਰਿਵੇਣੀ ਆਖਿਆ, ਜਿੱਥੇ 3 ਨਦੀਆਂ ਦਾ ਸੁਮੇਲ ਮੰਨਿਆ ਗਿਆ, ਅੱਜ ਦੇ ਦਿਨ ਉੱਥੇ ਜਾ ਕੇ ਇਸ਼ਨਾਨ ਕਰਨਾ, ਦਾਨ ਕਰਨਾ, ਇਹਦਾ ਬਹੁਤ ਵੱਡਾ ਪੁੰਨ ਫਲ ਲਿਖਿਆ ਗਿਆ, ਦੱਸਿਆ ਗਿਆ। ਤੇ ਸਿੱਖੀ ਨੂੰ ਹੁਣ ਸਮਝਣ ਦੀ ਲੋੜ ਹੈ। ਵੇਖੋ ਸਿੱਖ ਧਰਮ ਕੀ ਹੈ। ਸਿੱਖ ਧਰਮ ਇੱਕ ਕਲੈਕਸ਼ਨ ਹੈ। ਜਦੋਂ ਦੁਨੀਆ ਦੇ ਵਿੱਚ ਕਿਤੇ ਐਗਜੀਬਿਸ਼ਨ ਲੱਗਦੀਆਂ ਨੇ ਨਾ, ਤੇ ਉੱਥੇ ਕੀ ਹੁੰਦਾ ਹੈ, ਉੱਥੇ ਚੁਣ ਕੇ ਚੀਜ਼ਾਂ ਜਿਹੜੀਆਂ ਨੇ ਉਹ ਲਿਆ ਕੇ ਉੱਥੇ ਡਿਸਪਲੇ ਕੀਤੀਆਂ ਜਾਂਦੀਆਂ ਨੇ। ਸਿੱਖ ਧਰਮ ਦੁਨੀਆ ਦਾ ਲੇਟੈਸਟ ਧਰਮ ਹੈ। ਸਿੱਖ ਧਰਮ ਦੁਨੀਆ ਦਾ ਸਾਇੰਟੀਫਿਕ ਧਰਮ ਹੈ। ਕੜਾਹ ਪ੍ਰਸ਼ਾਦ ਤੋਂ ਲੈ ਕੇ ਗੁਰੂ ਘਰ ਦੀ ਕੋਈ ਮਰਿਆਦਾ ਨਹੀਂ ਜਿਹਨੂੰ ਕੋਈ ਸਾਇੰਸ, ਕੋਈ ਗਿਆਨ, ਕੋਈ ਵਿਗਿਆਨ, ਕੋਈ ਚੈਲੰਜ ਕਰ ਸਕਦਾ ਹੋਵੇ, ਬਸ਼ਰਤ ਸਾਨੂੰ ਸਮਝ ਹੋਵੇ। ਤਾਂ ਨਹੀਂ ਸਮਝ ਤੇ ਉਹਦਾ ਤਾਂ ਪਾਠ ਹੀ ਕੋਈ ਨਹੀਂ ਹੈਗਾ। ਈਵਨ ਕੜਾਹ ਪ੍ਰਸ਼ਾਦ ਹੀ ਹੈ। ਅੱਜ ਲੋਕਾਂ ਨੂੰ ਬਲੱਡ ਪ੍ਰੈਸ਼ਰ ਵੀ ਹੈ, ਲੋਕਾਂ ਨੂੰ ਸ਼ੂਗਰ ਵੀ ਹੈ। ਇਹਦੇ ਸਭ ਕੁਝ ਦੇ ਬਾਵਜੂਦ ਇੱਕ ਇਹ ਪ੍ਰਸ਼ਾਦ ਐਸਾ ਹੈ ਜਿਹਦੀ ਕਦੇ ਕੋਈ ਡੇਟ ਐਕਸਪਾਇਰੀ ਨਹੀਂ ਹੈ। ਕਿਉਂਕਿ ਰੋਜ਼ ਬਣਦਾ ਹੈ, ਮਰਿਆਦਾ ਹੀ ਇਹ ਹੈ। ਬਾਸਾ ਤੇ ਸਾਡੇ ਘਰ ਵਿੱਚ ਲੰਗਰ ਨਹੀਂ ਵਰਤਦਾ। ਅਗਰ ਲੰਗਰ ਦੀ ਤੁਹਾਨੂੰ ਮਰਿਆਦਾ ਪਤਾ ਹੋਵੇ, ਇੰਨਾ ਕਿਤੇ ਅਸੀਂ ਜਾਣਦੇ ਹਾਂ ਕਿ ਲੰਗਰ 20 ਰੁਪਈਆਂ ਨਾਲ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ ਸੀ। ਕਿ ਆਪਾਂ ਅਗਲੀ ਗੱਲ ਜਾਣਦੇ ਹਾਂ ਕਿ ਇਸ ਲੰਗਰ ਦੀ ਕੁਆਲਿਟੀ, ਇਸ ਲੰਗਰ ਦੀ ਗੁਣਵੰਤਾ ਗੁਰੂ ਅੰਗਦ ਸਾਹਿਬ ਨੇ ਸਥਾਪਿਤ ਕੀਤੀ ਹੈ ਕਿ ਭਾਈ ਇਹਦੇ ਵਿੱਚ ਖੀਰ ਵੀ ਬਣ ਸਕਦੀ ਹੈ ਤੇ ਖੀਰ 'ਚ ਘਿਓ ਵੀ ਪੈ ਸਕਦਾ ਹੈ। ਤੇ ਇਹਦੀ ਮਰਿਆਦਾ ਜਿਹੜੀ ਹੈ ਇਹ ਗੁਰੂ ਅਮਰਦਾਸ ਨੇ ਸਥਾਪਿਤ ਕੀਤੀ ਹੈ ਕਿ ਇਹ ਪੰਗਤ ਵਿੱਚ ਬਹਿ ਕੇ ਹੀ ਛਕਿਆ ਜਾ ਸਕਦਾ ਹੈ, ਕੇਵਲ ਪੰਗਤ ਵਿੱਚ। ਔਰ ਸੰਗਤ ਕਰਨ ਵਾਲੇ ਲਈ ਪੰਗਤ ਦੇ ਵਿੱਚੋਂ ਲੰਘ ਕੇ ਆਉਣਾ, ਇਹ ਗੁਰੂ ਅਮਰਦਾਸ ਮਹਾਰਾਜ ਨੇ ਇੱਕ ਕਾਨੂੰਨ ਸਥਾਪਿਤ ਕੀਤਾ। ਪਹਿਲੇ ਪੰਗਤ ਅਸੀਂ ਹੁਣ ਕੱਢ ਦਿੱਤੀ, ਨਹੀਂ ਜੀ ਇਹ ਤੇ ਗਰੀਬਾਂ ਵਾਸਤੇ ਹੈ। ਪੁੱਛੋ ਤੇਰੇ ਕਿਹੜੇ ਜਹਾਜ਼ ਚੱਲਦੇ ਬਈ? ਕਹਿੰਦੇ ਜੀ ਇਹ ਤੇ ਗਰੀਬਾਂ ਵਾਸਤੇ ਹੈ। ਨਹੀਂ, ਲੰਗਰ ਕੱਲੇ ਗਰੀਬਾਂ ਵਾਸਤੇ ਨਹੀਂ ਹੈ। ਲੰਗਰ ਉਸ ਹਰ ਸਿੱਖ ਵਾਸਤੇ ਹੈ ਜਿਹਨੇ ਗੁਰੂ ਦੇ ਦਰਬਾਰ ਤੱਕ ਪਹੁੰਚਣਾ ਹੈ। ਤਾਂ ਕਿ ਪਹਿਲਾਂ ਆਪਣਾ ਇਕੁਅਲ ਸਟੇਟਸ ਸਮਝ, ਆਮ ਬੰਦੇ ਵਿੱਚ ਬਹਿ ਕੇ ਪਹਿਲਾਂ ਲੰਗਰ ਭੋਜਨ ਛਕ। ਰੋਟੀ ਤੇ ਬੇਟੀ 2 ਤੇ ਸਾਂਝਾਂ ਹੁੰਦੀਆਂ ਨੇ, ਹੋਰ ਕਾਹਦੀਆਂ ਸਾਂਝਾਂ ਨੇ? ਰਿਸ਼ਤਿਆਂ ਦੀ ਜਿਹੜੀ ਪਰਪੱਕਤਾ ਹੈ ਸਿਰਫ 2 ਚੀਜ਼ਾਂ ਤੇ ਆਧਾਰਿਤ ਹੈ ਕਿ ਤੁਸੀਂ ਕਿਸੇ ਨਾਲ ਬੈਠ ਕੇ ਖਾ ਪੀ ਸਕਦੇ ਹੋ, ਜਾਂ ਕਿ ਕਿਸੇ ਨਾਲ ਤੁਸੀਂ ਰਿਸ਼ਤਿਆਂ ਦਾ ਆਦਾਨ ਪ੍ਰਦਾਨ ਕਰ ਸਕਦੇ ਹੋ। ਬਸ ਤੀਜੀ ਤੇ ਕੋਈ ਪੈਰਾਮੀਟਰ ਹੀ ਨਹੀਂ ਹੈਗਾ। ਉਦਾਂ ਹੀ ਕਹੀ ਜਾਣਾ ਜੀ ਮੈਂ ਤੁਹਾਡੀ ਬੜੀ ਇੱਜ਼ਤ ਕਰਦਾ, ਕਹਿੰਦਾ ਜੀ ਮੈਂ ਵੀ ਤੁਹਾਡੀ ਬੜੀ ਇੱਜ਼ਤ ਕਰਦਾ। ਚਲ ਠੀਕ ਹੈ ਜੀ, ਕਰੀ ਚਲੋ। ਉਹ ਜਿਵੇਂ ਪਾਰਕ ਵਿੱਚ ਹੁੰਦਾ ਹੈ, ਇੱਕ ਇਧਰੋਂ ਘੁੰਮ ਕੇ ਆਇਆ, ਇੱਕ ਇਧਰੋਂ ਘੁੰਮ ਕੇ ਆਇਆ, ਹਾਏ ਹੈਲੋ, ਦੱਸੋ ਇਹ 'ਚ ਕਿਹੜੀ ਤੁਹਾਡੀ ਸਾਂਝ ਬਣੀ ਬਈ? ਪਰ ਜੇ ਕਿਤੇ ਇਕੱਠੇ ਬਹਿ ਕੇ ਜਦੋਂ ਸਾਂਝ ਬਣਾਓਗੇ ਉਦੋਂ ਹੀ ਕੀ ਕਹੋਗੇ? ਭਾਜੀ 2 ਕੱਪ ਚਾਹ ਹੋ ਜਾਏ, ਕਿਤੇ ਬੈਠ ਕੇ ਆਪਾਂ ਕੌਫੀ ਪੀਏ। ਨਹੀਂ ਹਾਏ ਹੈਲੋ ਨਾ ਚੱਲਿਆ ਨਹੀਂ ਕੰਮ ਤੁਹਾਡਾ? ਨਹੀਂ ਚੱਲਿਆ, ਚੱਲ ਹੀ ਨਹੀਂ ਸਕਦਾ। ਗੁਰੂ ਅਮਰਦਾਸ ਪਿਤਾ ਨੇ ਇਹ ਮਰਿਆਦਾ ਬੱਧੀ, ਤੇ ਕੇਵਲ ਇੰਨੀ ਨਹੀਂ ਬੱਧੀ,
ਇਹ ਵੀ ਬੱਧੀ ਸੀ ਵੀ ਰਾਤ ਨੂੰ ਭਾਂਡੇ ਮੂਧੇ ਮਾਰ ਕੇ ਸੌਣਾ ਹੈ। ਪਰ ਕੀ ਕਹੀਏ ਉਹਨਾਂ ਨੂੰ ਜਿਹੜੇ ਸਵੇਰੇ ਉੱਠ ਕੇ ਕਹਿੰਦੇ ਜੀ ਮਿੱਠੇ ਪ੍ਰਸ਼ਾਦੇ ਜੀ, ਮਿੱਠੇ ਪ੍ਰਸ਼ਾਦੇ ਜੀ। ਬਾਸੀਆਂ ਰੋਟੀਆਂ ਵੰਡਣ ਵਾਲੇ ਨਾਲੇ ਮਰਿਆਦਾ ਦਾ ਘਾਣ ਕਰਦੇ ਨੇ, ਨਾਲੇ ਸਿੱਖਾਂ ਨਾਲ ਧੱਕਾ ਕਰਦੇ ਨੇ। ਪਹਿਲਾਂ ਸਵੇਰੇ ਕਹਿਣਗੇ ਮਿੱਠੇ ਪ੍ਰਸ਼ਾਦੇ। ਮੇਰੇ ਨਾਲ ਖੁਦ ਹੋ ਚੁੱਕਾ ਸੀਸਗੰਜ ਸਾਹਿਬ 1981 ਚ। ਮੈਂ ਵੀ ਪੰਜਾਬ ਤੋਂ ਆਇਆ ਸੀ, ਰਾਤ ਉੱਥੇ ਰਿਹਾ, ਸਵੇਰੇ ਲੰਗਰ ਚ ਗਿਆ, ਭੁੱਖ ਲੱਗੀ ਸੀ, ਮਿੱਠੇ ਪ੍ਰਸ਼ਾਦੇ ਜੀ। ਮੈਂ ਕਿਹਾ 2 ਦੇ ਦਿਓ। ਮੈਨੂੰ ਸੀ ਕੀ ਪਤਾ ਮੁੜ ਕੇ ਬਾਬਾ ਮਿਲੇਗਾ ਕਿ ਨਹੀਂ ਮਿਲੇਗਾ। ਪਰ ਹੱਥ ਤੇ ਰੱਖਣ ਤੋਂ ਬਾਅਦ ਪਤਾ ਲੱਗਾ ਵੀ ਇਹ ਤੇ ਰਾਤ ਦੀਆਂ ਬਾਸੀਆਂ ਰੋਟੀਆਂ ਨੇ। ਇਹਨੇ ਨੂੰ ਵਰਸ਼ੇ ਵਾਲਾ ਆ ਗਿਆ, ਕਹਿੰਦਾ ਝੂਠਾ ਨਹੀਂ ਛੱਡਣਾ ਬਈ। ਹੁਣ ਜੋਰੀ ਮੰਗੇ ਦਾਨ ਵੇ ਲਾਲੋ ਤੇ ਬਾਣੀ ਪੜ੍ਹੀ ਹੈ। ਹੁਣ ਇਹ ਡੰਡੇ ਨਾਲ ਲੰਗਰ ਛਕਾਉਣ ਦੀ ਮਰਿਆਦਾ ਤਾਂ ਵੇਖੋ, ਇਹ ਸਿਰਫ ਐਸੇ ਲੋਕਾਂ ਕੋਲ ਹੀ ਹੈ ਜਿਹੜੇ ਰਾਤ ਨੂੰ ਮਿੱਠੇ ਪ੍ਰਸ਼ਾਦੇ ਵੰਡਦੇ ਨੇ। ਸਾਡੀ ਮਰਿਆਦਾ ਹੀ ਨਹੀਂ ਹੈ। ਕੜਾਹ ਪ੍ਰਸ਼ਾਦ ਤਾਂ ਦੂਰ ਦੀ ਗੱਲ, ਲੰਗਰ ਪ੍ਰਸ਼ਾਦਾ ਵੀ ਰਾਤ ਦਾ ਸਵੇਰੇ ਨਹੀਂ ਸਰਵ ਹੋ ਸਕਦਾ। ਲੰਗਰ ਦੀ ਮਰਿਆਦਾ ਦੀ ਮੈਂ ਤੁਹਾਨੂੰ ਗੱਲ ਕਰਦਾ। ਤੁਸੀਂ ਆਪਣੇ ਘਰ ਕਿੱਦਾਂ ਰਹਿੰਦੇ ਹੋ ਇਹ ਤੁਹਾਡਾ ਵਿਵੇਕ ਹੈ, ਤੁਹਾਡਾ ਆਪਣਾ ਵਿਵੇਕ ਹੈ। ਤੇ ਕੜਾਹ ਪ੍ਰਸ਼ਾਦ ਤਾਂ ਕਦੇ ਵੀ ਨਹੀਂ ਕੱਲ੍ਹ ਹੋ ਸਕਦਾ। ਰਹੀ ਗੱਲ, ਇਹਦਾ ਨਾਂ ਹੈ ਕੁਣਕਾ। ਕੁਣਕੇ ਦਾ ਅਰਥ ਹੀ ਹੁੰਦਾ ਕਿਨਕਾ। ਹੁਣ ਨਾ ਤੁਸੀਂ ਬੁੱਕ ਭਰ ਭਰ ਕੇ ਦਿਓ ਤੇ ਨਾ ਅਗਲਾ ਕਵੇ ਸਵਾਇਆ ਦਿਓ ਜੀ। ਪ੍ਰਸ਼ਾਦ ਹੁੰਦਾ ਹੀ ਕਿਨਕਾ ਮਾਤਰ ਹੈ। ਸਾਡੀ ਬਦਕਿਸਮਤੀ ਹੈ ਕਿ ਅਸੀਂ ਪ੍ਰਸ਼ਾਦ ਨੂੰ ਵੀ ਪ੍ਰਸ਼ਾਦੇ ਦੀ ਥਾਂ ਤੇ ਛਕਦੇ ਹਾਂ। ਬਾਬਾ ਜੀ ਖੁੱਲਾ ਗੱਫਾ ਦਿਓ, ਨਹੀਂ। ਪ੍ਰਸ਼ਾਦਾ ਦੀ ਥਾਂ ਪ੍ਰਸ਼ਾਦੇ ਨੇ ਲੈਣੀ, ਪ੍ਰਸ਼ਾਦ ਦੀ ਥਾਂ ਪ੍ਰਸ਼ਾਦ ਨੇ ਲੈਣੀ ਹੈ। ਅਗਰ ਇਹ 2 ਗੱਲਾਂ ਤੁਸੀਂ ਕਰ ਲਓ ਕਿ ਰੋਜ਼ ਦੇਗ ਬਣੇ ਔਰ ਕਿਨਕਾ ਮਾਤਰ ਵਰਤੇ, ਕੋਈ ਦੁਨੀਆ ਦਾ ਸ਼ੂਗਰ ਦਾ, ਕੋਈ ਬਲੱਡ ਪ੍ਰੈਸ਼ਰ ਦਾ ਮਰੀਜ਼ ਵੀ ਨਹੀਂ ਕਹਿ ਸਕਦਾ ਕਿ ਨਹੀਂ ਜੀ ਮੈਂ ਤੇ ਖਾ ਨਹੀਂ ਸਕਦਾ। ਕੋਈ ਚੈਲੰਜ ਹੀ ਨਹੀਂ ਹੈਗਾ। ਮੈਂ ਇੱਕ ਗੱਲ ਆਪ ਜੀ ਨਾਲ ਸਾਂਝੀ ਕੀਤੀ, ਲੰਗਰ ਦੀ ਮਰਿਆਦਾ, ਸੇਵਾ ਦੀਆਂ ਮਰਿਆਦਾ, ਸੱਚੇ ਪਾਤਸ਼ਾਹ ਦੀ ਸੰਗਤ ਦੀ ਮਰਿਆਦਾ। ਜੇ ਤੁਸੀਂ ਇਹਨਾਂ ਸਾਰਿਆਂ ਨੂੰ ਜਦੋਂ ਪੜ੍ਹਨ ਜਾਓਗੇ ਫਿਰ ਤੁਹਾਨੂੰ ਸਮਝ ਆਏਗੀ ਕਿ ਸਭ ਤੋਂ ਉੱਤਮ ਧਰਮ ਜਿਹੜਾ ਹੈ, ਜਿਹਨੂੰ ਤੀਰਥ ਰਾਮ ਦੰਡੀ ਸੰਨਿਆਸੀ ਨੇ ਕਿਹਾ ਹੈ, ਜੇ ਸਰਵੋਤਮ ਪੰਥ ਹੈ ਤੇ ਖਾਲਸਾ ਪੰਥ ਹੈ, ਜੇ ਸਰਵੋਤਮ ਧਰਮ ਹੈ ਤਾਂ ਸਿੱਖ ਧਰਮ ਹੈ, ਜੇ ਸਰਵੋਤਮ ਗ੍ਰੰਥ ਹੈ ਤਾਂ ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ। ਇਹ 3 ਉਹਦੇ ਟਰੈਕਟ ਛਪੇ ਹੋਏ ਨੇ, ਸ਼੍ਰੋਮਣੀ ਕਮੇਟੀ ਤੋਂ ਤੁਸੀਂ ਮੰਗਵਾ ਸਕਦੇ, ਵੱਖਰੀਆਂ ਵੱਖਰੀਆਂ ਸਾਰੀਆਂ ਭਾਸ਼ਾ 'ਚ ਹੈਗੇ ਨੇ। ਸਰਵੋਤਮ ਗ੍ਰੰਥ, ਸਰਵੋਤਮ ਧਰਮ, ਸਰਵੋਤਮ ਪੰਥ। ਅਗਰ ਪੰਥ ਦੀ ਗੱਲ ਕਰੋਗੇ ਤੇ ਖਾਲਸਾ ਹੈ, ਧਰਮ ਦੀ ਗੱਲ ਕਰੋਗੇ ਤੇ ਸਿੱਖ ਹੈ, ਗ੍ਰੰਥ ਦੀ ਗੱਲ ਕਰੋਗੇ ਤੇ ਗੁਰੂ ਗ੍ਰੰਥ ਹੈ। ਅੱਜ ਵਿਸ਼ੇਸ਼ ਤੌਰ ਤੇ 3:30 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਇਹ ਪਾਵਨ ਉਹਨਾਂ 40 ਮੁਕਤਿਆਂ ਦੀ ਯਾਦ ਦਾ, ਇਹ ਸ਼੍ਰੀ ਮੁਕਤਸਰ ਸਾਹਿਬ ਦੇ ਸ਼ਹੀਦਾਂ ਦਾ ਇਹ ਜੋੜ ਮੇਲਾ ਅੱਜ ਇਸ ਸਥਾਨ ਤੇ ਮਨਾਇਆ ਜਾਣਾ ਹੈ। ਆਪ ਜੀ ਜ਼ਰੂਰ ਹਾਜ਼ਰੀਆਂ ਭਰੋ। ਘਰ ਵਿੱਚ ਬੈਠ ਕੇ ਵੀ ਆਪ ਜੀ ਲਾਈਵ YouTube ਦੇ ਰਾਹੀਂ, Facebook ਦੇ ਰਾਹੀਂ ਆਪ ਜੀ ਇਸ ਨੂੰ ਸਰਵਣ ਕਰ ਸਕਦੇ ਹੋ, ਜੁੜ ਸਕਦੇ ਹੋ। ਆਓ ਜੋ ਮਹੀਨੇ ਦੀ ਸ਼ਬਦ ਦੀ ਵਿਚਾਰ ਹੈ, ਬਾਕੀ ਸਮੇਂ ਦੇ ਵਿੱਚ ਆਪਾਂ ਦ੍ਰਿੜ ਕਰੀਏ। ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਮਾਘ ਮਹੀਨੇ ਦਾ ਨਾਂ ਹੈ। ਮੱਜਨ ਕਹਿੰਦੇ ਨੇ ਨਹਾਉਣਾ। ਮਾਘ ਦੇ ਮਹੀਨੇ ਦਾ ਜਿਹੜਾ ਮੱਜਨ ਹੈ, ਜਿਹੜਾ ਇਸ਼ਨਾਨ ਹੈ, ਇਹ ਭਾਈ ਸਾਧੂਆਂ ਦੀ ਧੂੜੀ ਵਿੱਚ ਕਰੋ, ਪਾਣੀ ਵਿੱਚ ਨਹੀਂ। ਸਿੱਖ ਧਰਮ ਦੇ ਵਿੱਚ ਪਾਣੀ ਤੇ ਬਾਣੀ ਇਹਦਾ ਬੜਾ ਗੂੜਾ ਸੰਬੰਧ ਹੈ।
पर ये इदा है कि कर इशनान सिमर प्रभ अपना। इत्थे कल्ले पानी की महानता नहीं है। जे कल्ले पानी नूं तुसी महानता दिओगे तो फिर चेता रखना जल के मज्जन जे गत होवे नित नित मेंढक नहावै। जे पानी नाल मुक्ति होवे तो भाई डड्डूआं नूं हुण मिलनी चाहिए है। वो तो छाला मार मार के नहाउंदे ने। कमाल कीती सच्चे पातशाह ने, उदाहरणां दृष्टांत तशबीहां इस कदर साडी जिंदगी दे नेड़े तो दित्तियां ने कि गल साडे दिलों दिमाग दे विच उतरदी है। पानी च बड़े जीव जंतु ने पर मच्छी छाल मार के नहीं नहाउंदी। बाकी जीव जंतु छाला मार मार के नहीं नहाउंदे, डड्डू नहाउंदे ने। जिवें साडे विच हुंदा है ना भी जे इशनान करना है तो इन्ने टुब्बे लाउणे ने, इन्नियां डुबकियां लाउणियां ने। सच्चे बादशाह महाराज कहते हैं कि जल के मज्जन जे गत होवे नित नित मेंढक नहावै। जैसे मेंढक तैसे ओए नर फिर जोनी आवे। ते हालत तो यह भी जिवें डड्डू जमदे मरदे ने वे बंदे जमदे मरदे ने। भाई लाभ तो कोई होया नहीं। जे रब मिलदा इस पानी दे नहाउण नाल तो कहते फिर ये डड्डूआं मच्छियां नूं मिलना चाहिए सी। जे रब मिलदा नहातियां धोतियां तो मिलदा डड्डूआं मच्छियां। पानी प्रवान है। जदों तुसी इशनान करन तो बाद बाणी पढ़दे हो, दरबार साहब की मर्यादा ही वेख लो तुसी। की कदे किसी नूं अमृत सरोवर विचों नहा के बाहर घर वापस जांदियां वेखिया? नहीं। उत्थे इशनान करन तो बाद व्यक्ति दरबार साहब मत्था टेकदा, उत्थे फिर रब्बी सिफत सलाह बैठ के सुनदा है। ये उहदा प्रैक्टिकल रूप है। ये मर्यादा दा प्रैक्टिकल रूप है। भाई जे माघ दे महीने विच तुसी महसूस करदे हो कि अज इशनान की महानता है तो फिर ये इशनान साधुआं की धूड़ी विच करियो। धूड़ी कर इशनान उन्हां दी संगत विच। इत्थे धूड़ी दा अर्थ है प्रभु प्यारियां दी संगत। हर का नाम ते आए सुन सबना नो कर दान। हरि दा नाम ध्याउणा है, अपने मुंह तो सिमरना है, फिर अपने कन्ना तो सुनना है। मुंह तो बोलना, कन्ना तो सुनना, फिर सबना नूं कर दान। फिर दूजियां नूं ये दान भी देना है। दूजियां नूं भी कहना है कि वीर जी तुसी भी सिमरो, तुसी भी जपो। यही दान दूजियां नूं देना है। दूजियां नूं भी इस पासे दी प्रेरणा करनी है। जन्म करम मल उतरै मन ते जाए गुमान। फिर की होएगा? जन्मां दे कर्मां दी मैल उतरेगी। जन्म कर्म का अर्थ है जेड़े जन्मां दे तुसी काम कीते ने। कर्म का अर्थ हुंदा है काम। देखो कर्म की है? कर्म बनते कित्थों ने? कर्म तुसी कहने हो अपने भागां नूं, मेरे ते कर्म ही माड़े जी, मेरे ते कर्म ही सड़ गए जी, मेरे ते रब ने कर्म ही नहीं चंगे लिखे जी। कर्म बनते कित्थों ने, आउंदे कित्थों ने? कर्म बनते ने तुहाडे कम्मां तो।
ਜਿਹੜੇ ਜਨਮਾਂ ਦੇ ਵਿੱਚ ਤੁਸੀਂ ਕੰਮ ਕੀਤੇ ਨੇ, ਕੰਮਾਂ ਤੋਂ ਬਣੇ ਤੁਹਾਡੇ ਕਰਮ, ਉਹਨਾਂ ਕਰਮਾਂ ਦੀ ਜਿਹੜੀ ਤੁਹਾਡੇ ਜੀਵਨ ਵਿੱਚ ਮੈਲ ਲੱਗੀ ਹੋਈ ਹੈ ਉਤਰ ਜਾਏਗੀ। ਮਨੁੱਖਾ ਜੀਵਨ ਜਿਹੜਾ ਹੈ ਇਹ ਸਿਰਫ ਇਹ ਇੱਕ ਜਨਮ ਨਾਲ ਸੰਬੰਧਿਤ ਨਹੀਂ ਹੈ। ਇਹ ਵਿਅਕਤੀ ਨੂੰ 84 ਲੱਖ ਜੂਨਾਂ ਦੇ ਗੇੜ ਤੋਂ ਬਾਅਦ ਪ੍ਰਾਪਤ ਹੁੰਦਾ ਹੈ। ਜਿਹੜਾ ਸ਼ਬਦ ਅਸੀਂ ਪੜ੍ਹਦੇ ਆ ਨਾ ਕਿ ਹੋਂ ਆਇਆ ਦੂਰੋਂ ਚੱਲ ਕੇ, ਇਹਦੇ ਅਰਥ ਕਿਲੋਮੀਟਰਾਂ ਵਿੱਚ ਨਹੀਂ ਹੋ ਸਕਦੇ, ਮੀਲਾਂ ਵਿੱਚ ਨਹੀਂ ਹੋ ਸਕਦੇ। ਮਤ ਸੋਚੋ ਮੈਂ ਫਰੀਦਾਬਾਦ ਤੋਂ ਆਇਆ, ਗਾਜ਼ੀਆਬਾਦ ਤੋਂ ਆਇਆ, ਮੈਂ ਤੇ ਦੂਰੋਂ ਆਇਆ। ਇਹਦੇ ਅਰਥ ਇਹ ਨਹੀਂ ਹੈ। ਇੱਥੇ ਡਿਸਟੈਂਸ ਦਾ ਜ਼ਿਕਰ ਨਹੀਂ ਹੈ। ਇੱਥੇ ਹੈ ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇ ਸਜਰੀਆ। ਬੜੀ ਦੇਰ ਬਾਅਦ ਇਹ ਸਰੀਰ, ਇਹ ਜੀਵਨ ਮਿਲਿਆ। ਇਹ ਤੇਰੀ ਅਵਸਰ, ਇਹ ਤੇਰੀ ਬਾਰ, ਘਟ ਭੀਤਰ ਤੂੰ ਦੇਖ ਵਿਚਾਰ। ਕਹੋ ਕਬੀਰ ਜੀਤ ਕੈ ਹਾਰ, ਬਹੁ ਬਿਦ ਕਹਿਓ ਪੁਕਾਰ ਪੁਕਾਰ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਜਨਮਾਂ ਦੇ ਕਰਮਾਂ ਦੀ ਮੈਲ ਉਤਰੇਗੀ ਜਦੋਂ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠ ਕੇ ਇਸ਼ਨਾਨ ਕਰੋਗੇ ਭਾਈ। ਜਿਹੜਾ ਬਾਹਰ ਦਾ ਇਸ਼ਨਾਨ ਹੈ ਉਹ ਤੁਹਾਡੀ ਸੁਚੇਤਤਾ ਵਾਸਤੇ ਹੈ, ਤੁਹਾਡੇ ਸਰੀਰ ਦੀ ਸੁਚਮਤਾ ਵਾਸਤੇ ਹੈ, ਮਨ ਦੀ ਪਵਿੱਤਰਤਾ ਵਾਸਤੇ ਬਾਣੀ ਹੈ, ਪਾਣੀ ਨਹੀਂ ਹੈ। ਜੇ ਮਨ ਸੁੱਚਾ ਹੋਏਗਾ ਤੇ ਬਾਣੀ ਨਾਲ ਹੋਏਗਾ, ਪਾਣੀ ਨਾਲ ਨਹੀਂ ਹੋਏਗਾ। ਸੂਚੇ ਇਹ ਨਾ ਆਖੀਐ ਬਹਿਣ ਜੇ ਪਿੰਡਾ ਧੋਏ। ਪਿੰਡੇ ਦਾ ਅਰਥ ਉਹੀ ਹੈ ਜਿਹੜਾ ਪੰਜਾਬੀ ਚ ਆਪਾਂ ਕਹਿੰਦੇ ਹੋਇਆ ਤੇਰੇ ਪਿੰਡੇ ਨੂੰ ਸਾਬਣ ਲੱਗੇ, ਕੀ ਨਹਾਤਾ ਹੈ ਤੂੰ ਪਿੰਡੇ ਤੇ, ਪਾਣੀ ਤੇ ਪੈਣ ਨਹੀਂ ਦਿੱਤਾ। ਸਰੀਰ, ਪਿੰਡੇ ਦਾ ਅਰਥ ਹੈ ਸਰੀਰ। ਕਾਮ ਕਰੋਧ ਨ ਮੋਹੀਐ, ਬਿਨ ਸੈ ਲੋਭ ਸੁਵਾਨ। ਫਿਰ ਨਾ ਤੁਹਾਨੂੰ ਕਾਮ ਪੋਹੇਗਾ, ਨਾ ਕ੍ਰੋਧ ਪੋਹੇਗਾ, ਨਾ ਤੁਹਾਡੇ ਅੰਦਰ ਮੋਹ ਜਿਹੜਾ ਹੈ ਇਹ ਅਸਰ ਕਰੇਗਾ, ਨਾ ਲੋਭ ਰੂਪੀ ਕੂਕਰ ਜਿਹੜਾ, ਕੁੱਤਾ ਜਿਹੜਾ ਹੈ ਉਹ ਤੁਹਾਨੂੰ ਸਤਾਏਗਾ ਵੀ ਇਸ ਭਾਂਡੇ 'ਚ ਵੀ ਮੂੰਹ ਪਾ ਲਾ ਤੇ ਇਸ ਭਾਂਡੇ 'ਚ ਵੀ ਮੂੰਹ ਪਾ ਲਾ। ਲਾਲਚ ਤੋਂ ਵੀ ਬਚੋਗੇ ਤੁਸੀਂ, ਮੋਹ ਮਮਤਾ ਤੋਂ ਵੀ ਬਚੋਗੇ ਤੁਸੀਂ, ਕਾਮ ਕ੍ਰੋਧ ਤੋਂ ਵੀ ਬਚੋਗੇ ਤੁਸੀਂ ਜਦੋਂ ਪਿਆਰਿਆਂ ਦੀ ਸੰਗਤ ਵਿੱਚ ਆਓਗੇ। ਨਹੀਂ ਤਾਂ ਤੁਸੀਂ ਵੇਖਿਆ ਹੋਣਾ ਹੈ ਅਮੂਮਨ ਅਸੀਂ ਬੜੇ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਵੇਖਦੇ ਹਾਂ। ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਅਸੀਂ ਆ ਕੇ ਰੋਜ਼ ਹਾਜ਼ਰੀਆਂ ਭਰਦੇ ਹਾਂ, ਪਰ ਤੁਸੀਂ ਵੇਖਿਆ ਹੋਣਾ ਸਾਡੇ 'ਚ ਕੋਈ ਚੇਂਜਿੰਗ ਨਹੀਂ ਹੈ, ਕੋਈ ਬਦਲਾਅ ਨਹੀਂ ਹੈ। ਬਚਪਨ ਤੋਂ ਜਵਾਨੀ ਆ ਗਈ, ਜਵਾਨੀ ਤੋਂ ਬੁਢੇਪਾ ਆ ਗਿਆ, ਅਖੜਪੁਣਾ ਨਹੀਂ ਗਿਆ। ਜਿਹੜੀਆਂ ਸਾਡੀਆਂ ਆਦਤਾਂ ਅਲਾਮਤਾਂ ਨੇ ਉਹਨਾਂ ਵਿੱਚ ਕੋਈ ਫਰਕ ਨਹੀਂ ਆਇਆ। ਬੜੀਆਂ ਹਾਸੇ ਵਾਲੀਆਂ ਗੱਲਾਂ ਸਾਡੇ ਤੇ ਲਾਗੂ ਹੋ ਗਈਆਂ। ਕਹਿੰਦਾ ਓਏ ਕੀ ਹੋਇਆ, ਦਾੜੀ ਚਿੱਟੀ ਹੋ ਗਈ। ਕਹਿੰਦਾ ਕਿਉਂ? ਕਹਿੰਦਾ ਯਾਰ ਮੈਂ ਤੇ ਵੇਖਿਆ ਤੂੰ ਬਿਲਕੁਲ ਹੀ ਬਦਲ ਗਿਆ। ਕਹਿੰਦਾ ਤੂੰ ਮਨ ਵੇਖੀਏ, ਇਹ ਬਾਹਰ ਵਾਲੀ ਕਾਲਖ ਵੀ ਅੰਦਰ ਚਲੀ ਗਈ ਹੈ। ਜਿਹੜੀ ਪਹਿਲਾਂ ਦਾੜੀ ਤੇ ਕਾਲਖ ਸੀ ਨਾ, ਕਹਿੰਦਾ ਹੁਣ ਅੰਦਰ ਮਨ ਨੂੰ ਚਲੀ ਗਈ ਹੈ, ਮਨ ਉਦੋਂ ਵੀ ਕਾਲਾ ਹੋ ਗਿਆ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ। ਚਾਹੀਦਾ ਇਹ ਸੀ ਕਿ ਦਾੜੀ ਚਿੱਟੀ ਹੁੰਦੀ ਤੇ ਮਨ ਵੀ ਚਿੱਟਾ ਹੋ ਜਾਂਦਾ। ਕੁਝ ਸੱਚ ਦੇ ਨੇੜੇ, ਕੁਝ ਧਰਮ ਦੇ ਨੇੜੇ, ਕੁਝ ਪਰਮਾਰਥ ਦੇ ਨੇੜੇ ਆਪਾਂ ਚਲੇ ਜਾਂਦੇ, ਕੋਈ ਫਰਕ ਤੇ ਪੈਂਦਾ। ਬਚਪਨ ਤੋਂ ਜਵਾਨੀ ਆਈ, ਕਿੰਨਾ ਕੁਝ ਬਦਲ ਗਿਆ। ਜਵਾਨੀ ਤੋਂ ਬੁਢੇਪਾ ਆਇਆ, ਜੀਵਨ ਵਿੱਚ ਕਿੰਨਾ ਕੁਝ ਬਦਲ ਗਿਆ। ਤੇ ਬਦਲਣਾ ਤੇ ਸੀ ਮਨ ਨੂੰ।
बदलना तो सी अपने कर्मां नूं। कर्म को बदलिए सितारे बदल जाएंगे। अपने काम बदल के वेखो, नतीजे बदल जाएंगे सारे। मेरी हमेशा बेनती हुंदी, हथ विखाओ नहीं, ना हथ विखाओ ज्योतिषियां नूं, अपने हथ खुद वेखो। जदों इन्हां हत्थां दे काम बदलणगे, आ तुहाडीआं हत्थां दीआं रेखा नाल दी नाल बदलणीआं शुरू हो जाणीआं ने। ये बदलदियां जे, ये भी चेता रखियो। जदों काम बदलणगे, मत्थे दे कर्म बदलने शुरू हो जाणगे। एक छोटी जी उदाहरण 1000 वारी सांझी कीती। एक बच्चा जिन्हों रोज घर मां प्यो कहता सी, ओए भुखा मरेगा, वो बच्चे ने एक दिन साड़ फकिया, घरों निकल गया। अफ्रीका के जंगलों चो घूमदा घुमाउंदा, जोखम दे विचों लंघदा एक दिन मैक्सीको की कंध टप गया, अमरीका पहुंच गया। अमरीका जाके उन्हें पेट्रोल पंप ते तेल पाउणा शुरू कर दिता। हुण तुसीं वेखो, उहदे काम बदले। इत्थे ताश खेडदा सी, शराब पींदा सी, नशे करदा सी, अवारागर्दी करदा सी, ते मां प्यो रोज कहंदे सी, ओ भुखा मरेगा। जदों उहदे काम बदल गए, उहदे कर्म बदल गए। सिर्फ तेल पाउण दी देर है। किसे थां ते उन्हें जाके कोई नारियल नहीं चढ़ाया, कोई मौली नहीं बद्धी, कोई उंगलियां दे विच उन्हें कोई स्टोन नहीं पाया, किसी बाबे तो तवीत नहीं लिया, उन्हें किसी चरस्ते विच जाके नहाउणा नहीं कीता। वेलड़ सी ते गालां खांदा सी। ते जदों अमरीका जाके काम करन लग गया, घर की तकदीर बदलनी शुरू हो गई। घर के दरवाजे बदल गए, टूटियां बदल गईयां, साइकिल तो स्कूटर आ गए। हाँ जी, घरदियां दे घर अंदर जिहड़े ब्लैक एंड वाइट सी, वो कलर टीवी हो गए, फ्रिजां आ गईयां, तकदीर बदल गई। काम बदले ने, घर दे कर्म बदल गए। हुण वो घर दा जिहड़ा मखट्टू सी, वो कमाऊ पुत्तर हो गया। हुण रिश्तेदार भी कहंदे ने, काके ने कदों आउणा है। हुण लोग भी जिन्हां दे घर धीआं जवान सी, उन्हां भी गेड़े मारने शुरू कर दिते। हुण कोई नहीं कहंदा भी वो जिहड़ा भुखा मरन वाला सी, भी उहदा रिश्ता नहीं जे करना। नहीं, हुण आके लोग पुछदे ने भी अमरीका वाला काके दा कदे रिश्ता करना होवे ते सानू जरूर दस्सिओ, असीं भी घर फैसला कीता है। सारा कुछ बदल गया सिर्फ काम करन नाल। ये मेरे गुरु नानक साहब का पहला उपदेश है, किरत करनी। अज अगर मेरी कौम नूं जे सब तो वड्डा नुकसान होया है, तो यही होया कि उन्होंने गुरु नानक साहब का पहला वचन नहीं मन्निया, उसी किरत करनी। तो जिन्हों ने नाम जपण का मन्निया, उन्होंने जां ते अपनी हट्टियां पा लईआं, वो बाबे बन के बह गए, बस नाम जपिया, वो सानू मत्था टेको जी। तो जां फिर वो नाम जपण वाले मेरे वर्गे उदा ही सुपीरीयर हो गए। उन्होंने सारे लोगों को फतवा देना शुरू कर दिता भी मैं तो जप लिया, तुसीं ते नरकां नूं जाओगे। नाम जपण का जिहड़ा सी ना, वो नाम एक सी, मर्यादा एक नहीं सी। वो जपना भी सी, जपाउणा भी सी, किरत करनी भी सी ते वंड छकना भी सी। तो सच्चे पातशाह महाराज कहते ने, काम क्रोध ना मोही है, बिनसै लोभ सुआन। इन्हां सारियां माड़ियां चीज़ां तो बच जाओगे। तो जदों बच जाओगे फिर की होएगा? सच्चे मार्ग चल दियां उस्तत करे जहान। सच्चे मार्ग चल दियां उस्तत करे जहान। जदों तुसी सच दे मार्ग ते तुरोगे, दुनिया थोड़ी उस्तत करेगी। इत्थे की हो रहा है? इत्थे हो रहा है भी मैं भावें जो मर्जी करा, मैं भावें शराब पीवां, मैं चोरियां करा, मैं बेईमानियां करा, मैं काम ना करा, मैं वेला रवां,
मैं सारिਆਂ ਦੀ ਹਿੱਕ ਤੇ ਚੜ ਕੇ ਬਵਾਂ, ਪਰ ਤੁਸੀਂ ਮੈਨੂੰ ਕਹੋ ਜੀ ਬਹੁਤ ਚੰਗੇ ਹੋ ਤੁਸੀਂ। ਇੱਥੇ ਤਾੜੀ ਕਹਿ ਕੇ ਮਰਵਾਈ ਜਾਂਦੀ ਹੈ। ਇੱਥੇ ਜਕਾਰਾ ਛੱਡਣ ਲਈ ਇੱਕ ਬੰਦਾ ਨਾਲ ਲੈ ਕੇ ਆਂਦਾ ਜਾਂਦਾ ਹੈ। ਇੱਕ ਬੰਦਾ ਘਰੋਂ ਲਿਆਂਦਾ ਜਾਂਦਾ ਵੀ ਤੂੰ ਬਸ ਜਕਾਰਾ ਹੀ ਛੱਡਣਾ ਹੈ। ਨਹੀਂ, ਫਿਰ ਦੁਨੀਆ ਤੁਹਾਡੀ ਉਸਤਤ ਕਰੇਗੀ, ਫਿਰ ਸੰਸਾਰ ਤੁਹਾਨੂੰ ਚੰਗਾ ਕਵੇਗਾ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਤੁਹਾਡੀ ਦੁਨੀਆ ਸ਼ੋਭਾ ਕਰੇਗੀ। ਇਹ ਲਿਖਿਆ ਹੋਇਆ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਸਭ ਦੁਨੀਆ ਤੁਹਾਡੇ ਗੁਣ ਗਾਵੇਗੀ। 68 ਤੀਰਥ ਸਗਲ ਪੁੰਨ, ਜੀ ਦਇਆ ਪਰਵਾਨ। 68 ਤੀਰਥ ਸਗਲ ਪੁੰਨ, ਜੀ ਦਇਆ ਪਰਵਾਨ। 68 ਤੀਰਥਾਂ ਦੇ ਤੁਲ ਤੁਹਾਨੂੰ ਪੁੰਨ ਫਲ ਮਿਲਣਗੇ। ਜੀਵਾਂ ਤੇ ਦਇਆ ਕਰਿਆ ਕਰੋ, ਪਰਉਪਕਾਰ ਕਰਿਆ ਕਰੋ। ਲੋਕ ਪੰਛੀਆਂ ਨੂੰ ਦਾਣੇ ਪਾਉਂਦੇ ਨੇ, ਪਰ ਇੰਨਾ ਜ਼ਰੂਰ ਧਿਆਨ ਰੱਖੋ, ਉਹਨੂੰ ਕਹਿੰਦੇ ਨੇ ਅਕਲੀ ਕੀਚੇ ਦਾਨ। ਦਾਨ ਗੁਰਦੁਆਰੇ 'ਚ ਨਾ ਪਾਇਆ ਕਰੋ, ਦਾਣੇ ਕਿਤੇ ਜਾ ਕੇ ਪਾਰਕ ਵਿੱਚ ਪਾਇਆ ਕਰੋ। ਕਿਤੇ ਐਸੀ ਜਗ੍ਹਾ ਤੇ ਪਾਓ ਜਿੱਥੇ ਪੰਛੀ ਚੁਣ ਵੀ ਲੈਣ, ਪਰ ਉਹ ਆਪਣੀਆਂ ਬਿੱਠਾਂ ਦੇ ਨਾਲ ਕਿਸੇ ਬਿਲਡਿੰਗ ਦਾ, ਧਰਮ ਸਥਾਨ ਦਾ ਨੁਕਸਾਨ ਨਾ ਕਰਨ। ਪੰਛੀਆਂ ਨੂੰ ਦਾਣੇ ਪਾਉਣੇ ਪਾਪ ਨਹੀਂ ਹੈ, ਪਰ ਸਾਡੀ ਗਲਤੀ ਹੈ ਵੀ ਅਸੀਂ ਗੁਰਦੁਆਰੇ ਆ ਕੇ ਪਾਉਂਦੇ ਹਾਂ। ਬਿੱਠਾ ਚੁੱਕਦੇ ਨਹੀਂ, ਦਾਣੇ ਪਾਉਣੇ ਆਉਂਦੇ ਨੇ ਸਾਨੂੰ, ਬਿੱਠਾ ਚੁੱਕਣੀਆਂ ਨਹੀਂ ਆਉਂਦੀਆਂ। ਦਾਣੇ ਪਾਉਣੇ ਮਾੜੇ ਨਹੀਂ ਹੈ। ਹੁਣ ਕੁੱਤੇ ਨੂੰ ਰੋਟੀ ਪਾਉਣੀ, ਕੁੱਤੇ ਨੂੰ ਦੁੱਧ ਪਾਉਣਾ ਮਾੜਾ ਥੋੜਾ ਹੈ। ਇਹ ਨਵਾਂ ਕੰਮ ਸ਼ੁਰੂ ਹੋ ਗਿਆ ਵੀ ਗੁਰਦੁਆਰੇ ਆ ਕੇ ਕੁੱਤੇ ਨੂੰ ਦੁੱਧ ਪਾਉਣਾ ਹੈ। ਗੁਰਦੁਆਰੇ ਆ ਕੇ ਘਰ ਦੀਆਂ ਰੋਟੀਆਂ ਦਾ ਕੁਤਰਾ ਲਿਆ ਕੇ ਕਰਕੇ ਗੁਰਦੁਆਰੇ ਆ ਕੇ ਪਾਉਣਾ ਹੈ। 20 ਕਿਲੋਮੀਟਰ ਤੋਂ ਚੌਲ ਚੁੱਕਦੇ ਅਸੀਂ ਆ ਕੇ ਗੁਰਦੁਆਰੇ ਵੰਡਦੇ। ਕੀ ਰਾਜ ਤੁਹਾਨੂੰ ਕੋਈ ਭੁੱਖਾ ਮਿਲਿਆ ਹੀ ਨਹੀਂ? ਅਕਲੀ ਕੀਚੇ ਦਾਨ। ਜਿੱਥੇ ਤੁਹਾਨੂੰ ਕੋਈ ਭੁੱਖਾ ਮਿਲੇ, ਲੰਗਰ ਦਾ ਸੰਬੰਧ ਭੁੱਖੇ ਨਾਲ ਹੈ, ਪਾਣੀ ਦਾ ਪਿਆਸੇ ਨਾਲ ਹੈ। ਚਾਹ ਦੀ ਜਿਹਨੂੰ ਲੋੜ ਹੈ ਉੱਥੇ ਕੇਤਲੀ ਖੋਲ ਲਿਆ ਕਰੋ। ਇਹ ਜ਼ਰੂਰੀ ਨਹੀਂ ਹੈ ਕਿ ਇੱਥੇ ਲੈ ਕੇ ਆਉਣੀ ਹੈ। ਇੱਥੇ ਉਦੋਂ ਲੈ ਕੇ ਆਇਓ ਜਿੱਦਣ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਘਰ ਲੰਗਰ ਬੰਦ ਹੋ ਜਾਣਗੇ। ਇੱਥੇ ਕੁਛ ਨਹੀਂ ਹੋਏਗਾ, ਫਿਰ ਤੁਸੀਂ ਆਪਣਾ ਵਰਤਾ ਲਿਓ ਜੀ। ਤੇ ਜਿਹਦੇ ਘਰ ਦੇ ਵਿੱਚੋਂ ਦੁਨੀਆ ਤ੍ਰਿਪਤ ਹੁੰਦੀ ਹੋਵੇ, ਉਹਦੇ ਘਰ 'ਚ ਮੇਰੇ ਵਰਗਾ 2 ਕੱਪ ਚਾਹ ਲੈ ਕੇ ਭੱਜਾ ਫਿਰਦਾ ਹੋਵੇ ਤੇ ਸ਼ੋਭਾ ਨਹੀਂ ਦਿੰਦਾ। ਗੁਰੂ ਹਰਕ੍ਰਿਸ਼ਨ ਸਾਹਿਬ ਦੇ ਘਰ ਕੋਈ ਘਾਟਾ ਨਹੀਂ ਹੈ। ਹਾਂ, ਜੇ ਕਰ ਸਕਦੇ ਹੋ ਇੱਥੇ ਆ ਕੇ ਸੇਵਾ ਕਰੋ। ਖੜੋ ਲੰਗਰ ਦੇ ਵਿੱਚ, ਜਦੋਂ ਕੋਈ ਚਾਹ ਪੀਵੇ, ਲੰਗਰ ਛਕੇ, ਉਹਨੂੰ ਕਹੋ ਨਾਲੇ ਕਿ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ। ਆਪਣਾ ਨਾਂ ਨਾ ਕਰੀਏ ਆਪਾਂ। ਵਡਿਆਈ ਗੁਰੂ ਦੀ ਹੈ, ਬੰਦੇ ਦੀ ਕਾਹਦੀ ਵਡਿਆਈ ਹੈ? ਬੰਦੇ ਦੀ ਕੋਈ ਸ਼ੋਭਾ ਨਹੀਂ ਹੈ। ਸ਼ੋਭਾ ਉਸ ਪਰਮੇਸ਼ਰ ਦੀ ਹੈ। ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ। ਜਿਹਨੂੰ ਉਹ ਦਇਆ ਕਰਕੇ ਦਵੇਗਾ, ਤਰੁੱਠ ਕੇ ਦਵੇਗਾ, ਉਹ ਦੁਨੀਆ ਵਿੱਚ ਸਿਆਣਾ ਪੁਰਖ ਮੰਨਿਆ ਜਾਏਗਾ। ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਜਿਨ੍ਹਾਂ ਨੂੰ ਆਪਣਾ ਸਤਿਗੁਰੂ ਮਿਲ ਗਿਆ, ਗੁਰੂ ਅਰਜਨ ਦੇਵ ਪਿਤਾ ਮਹਾਰਾਜ ਕਥਨ ਕਰਦੇ ਨੇ, ਮੈਂ ਉਹਨਾਂ ਤੋਂ ਸਦਕੇ ਜਾਣਾ। ਮਾਗ ਸੁੱਚੇ ਸੇ ਕਾਢੀਐ ਜਿਨ ਪੂਰਾ ਗੁਰ ਮਿਹਰਬਾਨ। ਜਿਨ੍ਹਾਂ ਤੇ ਗੁਰੂ ਦੀ ਮਿਹਰਬਾਨੀ ਹੋਏਗੀ, ਉਹ ਇਸ ਮਹੀਨੇ ਵਿੱਚ ਸੱਚੇ ਸੁੱਚੇ ਸਚਿਆਰ ਜੀਵਨ ਦੇ ਮਾਲਕ ਹੋਣਗੇ। ਇੰਨੇ ਸ਼ਬਦ ਪ੍ਰਵਾਨ ਕਰਨਾ ਜੀ। ਭੁੱਲਾਂ ਬਖਸ਼ੋ, ਫਤਿਹ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।